ਪਿਛਲੀ ਸਦੀ ਦੇ ਪਹਿਲੇ ਦਹਾਕਿਆਂ ਦੀ ਗੱਲ ਏ। ਗਰਮੀਆਂ ਦਾ ਮੌਸਮ ਪੂਰੇ ਜੋਬਨ ਤੇ ਸੀ। ਹਾੜ ਦਾ ਸਾਰਾ ਮਹੀਨਾ ਇੰਨਾ ਤਪਦਾ ਰਿਹਾ ਕਿ ਧੁੱਪ ਵੇਖ ਕੇ ਕਾਂ ਦੀ ਅੱਖ ਵੀ ਨਿਕਲਦੀ ਸੀ। ਸੌਣ ਵੀ ਲੰਘ ਗਿਆ, ਪਰ ਇੰਦਰ ਦੇਵਤਾ ਵਰਖਾ ਪਾਉਣ ਦੀ ਆਪਣੀ ਡਿਊਟੀ ਤੋਂ ਬੇਖਬਰ ਰਿਹਾ। ਲੋਕੀ ਸਖਤ ਗਰਮੀ ਅਤੇ ਪਾਣੀ ਦੀ ਭਾਰੀ ਕਿੱਲਤ ਤੋਂ ਦੁਖੀ ਹੋਏ ਅਤਿਅੰਤ ਪਰੇਸ਼ਾਨ ਸਨ, ਪਰ ਬਾਰਿਸ਼ ਨਹੀਂ ਸੀ ਹੋ ਰਹੀ। ਸੋਕੇ ਦਾ ਪ੍ਰਭਾਵ ਵੱਧਦਾ ਜਾ ਰਿਹਾ ਸੀ, ਜਿਸ ਤੋਂ ਹਰ ਕਿਸੇ ਨੂੰ ਡੂੰਘੀ ਚਿੰਤਾ ਹੋਣੀ ਸੁਭਾਵਕ ਸੀ, ਕਿਉਂਕਿ ਹਰ ਪ੍ਰਕਾਰ ਦੇ ਜੀਵਨ ਦਾ ਨਿਰਵਾਹ ਬਾਰਿਸ਼ ਦੇ ਪਾਣੀ ਨਾਲ ਹੀ ਬੱਝਿਆ ਪਿਆ ਸੀ। ਬਾਰਿਸ਼ ਦੀ ਆਸ ਵਿੱਚ ਅੱਧਾ ਭਾਦਰੋਂ ਬੀਤ ਗਿਆ। ਪੰਜਾਬ ਵਾਸੀਆਂ ਨੂੰ ਆਪਣੀ ਕਿਰਸਾਨੀ ਦਾ ਭਵਿੱਖ ਵੀ ਕਾਲਾ ਸਿਆਹ ਦਿਸਣ ਲੱਗਿਆ। ਇਹੋ ਜਿਹੀ ਸਥਿਤੀ ਤੇ ਮੰਦਹਾਲੀ ਦੀ ਹਾਲਤ ਵਿੱਚ ਅੰਮ੍ਰਿਤਸਰ ਦੀਆਂ ਸੰਗਤਾਂ ਦੇ ਮਨ ਵਿੱਚ ਆਇਆ ਕਿ ਹਰਿਮੰਦਰ ਸਾਹਿਬ ਚੱਲ ਕੇ ਸੰਗਤ ਰੂਪ ਵਿੱਚ ਅਰਦਾਸ ਕਰੀਏ ਕਿ ਸਤਿਗੁਰੂ ਜੀ ਮੀਂਹ ਦੀ ਮਿਹਰ ਕਰੋ ਤਾਂ ਕਿ ਲੁਕਾਈ ਬਚ ਸਕੇ। ਕਾਫੀ ਸੰਗਤ ਦਰਬਾਰ ਸਾਹਿਬ ਆ ਗਈ। ਉਸ ਸਮੇਂ ਰਾਗੀ ਭਾਈ ਸਾਈਂ ਦਿੱਤਾ ਜੀ ਦਰਬਾਰ ਸਾਹਿਬ ਵਿਖੇ ਕੀਰਤਨ ਦੀ ਚੌਂਕੀ ਭਰਨ ਜਾ ਰਹੇ ਸਨ। ਸੰਗਤਾਂ ਨੇ ਹਿੰਮਤ ਕਰਕੇ ਉਹਨਾਂ ਨੂੰ ਦਰਸ਼ਨੀ ਡਿਊਟੀ ਤੋਂ ਲੰਘਦੇ ਸਾਰੀ ਪੁਲ ਤੇ ਰੋਕ ਲਿਆ ਅਤੇ ਬੇਨਤੀ ਕੀਤੀ ਕਿ ਉਹ ਅਕਾਲ ਪੁਰਖ ਅੱਗੇ ਕੀਰਤਨ ਰੂਪ ਵਿੱਚ ਅਰਜ਼ੋਈ ਕਰਨ ਕਿ ਮਨੁੱਖ ਜਾਤੀ ਦੇ ਗੁਣ ਔਗਣ ਚਿਤਾਰੇ ਬਿਨਾਂ ਬਾਰਿਸ਼ ਦੀ ਮਿਹਰ ਕਰਕੇ ਸਭ ਨੂੰ ਨਿਹਾਲ ਕਰ ਦੇਣ। ਧੁੱਪ ਚੜ੍ਹੀ ਹੋਈ ਸੀ, ਗਰਮੀ ਬਹੁਤ ਜ਼ਿਆਦਾ ਸੀ ਤੇ ਅਸਮਾਨ ਵੀ ਨੀਲਾ ਬਿਲਕੁਲ ਸਾਫ਼ ਸੀ। ਭਾਈ ਸਾਈਂ ਦਿੱਤਾ ਜੀ ਨੇ ਸੰਗਤਾਂ ਦੀ ਵੇਦਨਾ ਸੁਣੀ ਤੇ ਹੱਥ ਜੋੜ ਕੇ ਕਹਿਣ ਲੱਗੇ ਕਿ ਮੈਂ ਤਾਂ ਗੁਰੂ ਘਰ ਦਾ ਕੂਕਰ ਹਾਂ, ਪਰ ਸੰਗਤ ਬਹੁਤ ਮਹਾਨ ਹੈ, ਸਰਬ ਸਮਰੱਥ ਹੈ। ਇਸ ਲਈ ਆਓ ਆਪਾਂ ਸਾਰੇ ਕੀਰਤਨ ਰੂਪ ਵਿੱਚ ਮਾਲਕ ਸੁਆਮੀ ਨੂੰ ਇਲਾਹੀ ਬਾਣੀ ਦੇ ਸ਼ਬਦਾਂ ਦੁਆਰਾ ਅਰਜ਼ੋਈ ਕਰਦੇ ਹਾਂ। ਵਾਹਿਗੁਰੂ ਆਪੇ ਮਿਹਰ ਕਰਨਗੇ। ਸਾਰੀ ਸੰਗਤ ਉਹਨਾਂ ਦੇ ਨਾਲ ਦਰਬਾਰ ਸਾਹਿਬ ਵਿੱਚ ਚਲੀ ਗਈ ਤੇ ਸ਼ਰਧਾ ਨਾਲ ਮੱਥਾ ਟੇਕ ਕੇ ਕੀਰਤਨ ਸੁਣਨ ਲਈ ਬੈਠ ਗਈ। ਭਾਈ ਸਾਈਂ ਦਿੱਤਾ ਜੀ ਵਾਜੇ ਤੇ ਸਿਰ ਸੁੱਟ ਕੇ ਪਤਾ ਨਹੀਂ ਕਿੰਨੇ ਮਿੰਟ ਅਕਾਲ ਪੁਰਖ ਅੱਗੇ ਅਰਦਾਸਾਂ ਕੀਤੀਆਂ ਤੇ ਫਿਰ ਅੱਖਾਂ ਮੁੰਦ ਕੇ ਕੀਰਤਨ ਕਰਨ ਵਿੱਚ ਜੁੜ ਗਏ। ਕੀਰਤਨ ਦੀ ਮੁੱਖ ਮੁਦਰਾ ਬੇਨਤੀ ਅਤੇ ਅਰਜ਼ੋਈ ਹੀ ਰਹੀ। ਭਾਈ ਸਾਈਂ ਦਿੱਤਾ ਜੀ, ਉਹਨਾਂ ਦੇ ਸੁਪੁੱਤਰ ਭਾਈ ਦੇਸਾ ਜੀ ਅਤੇ ਭਾਈ ਸੰਤਾ ਜੀ ਵੀ ਪੂਰੇ ਵਜਦ ਵਿੱਚ ਆ ਕੇ ਆਪਣੇ ਪਿਤਾ ਨਾਲ ਉੱਚੀ ਉੱਚੀ ਕੀਰਤਨ ਕਰ ਰਹੇ ਸਨ। ਉਹਨਾਂ ਦੇ ਸਰੀਰ ਪਸੀਨੇ ਨਾਲ ਗਚੋ ਗਚ ਹੋ ਗਏ, ਪਰ ਉਹ ਇੱਕ ਤੋਂ ਬਾਅਦ ਦੂਜਾ ਤੇ ਦੂਜੇ ਤੋਂ ਮਗਰੋਂ ਤੀਜਾ ਬੇਨਤੀ ਦਾ ਸ਼ਬਦ ਲਗਾ ਕੇ ਅਕਾਲ ਪੁਰਖ ਦੀ ਆਰਾਧਨਾ ਵਿੱਚ ਜੁਟੇ ਰਹੇ। ਉਹਨਾਂ ਨੂੰ ਭੁੱਲ ਗਿਆ ਕਿ ਉਹਨਾਂ ਨੇ ਕਿੰਨੀ ਦੇਰ ਤੱਕ ਕੀਰਤਨ ਕਰਨਾ ਹੈ। ਬਸ ਉਹਨਾਂ ਦੀ ਤਾਂ ਕੀਰਤਨ ਦੁਆਰਾ ਆਪਣੇ ਸੁਆਮੀ ਨੂੰ ਰਿਝਾਉਣ ਦੀ ਲਿਵ ਲੱਗੀ ਹੋਈ ਸੀ। ਸੰਗਤ ਵੀ ਨੇਤਰ ਮੁੰਦ ਕੇ ਕੀਰਤਨ ਵਿੱਚ ਗੜੂੰਦ ਹੋ ਗਈ। ਕੁਝ ਸਮੇਂ ਮਗਰੋਂ ਇੱਕ ਸੱਜਣ ਬਾਹਰੋਂ ਆਇਆ ਤੇ ਉਸਨੇ ਸੰਗਤ ਵਿੱਚੋਂ ਕਿਸੇ ਇੱਕ ਦੇ ਕੰਨ ਵਿੱਚ ਹੌਲੀ ਜਿਹੀ ਕਿਹਾ ਕਿ ਬਾਹਰ ਅਸਮਾਨ ਵਿੱਚ ਕੁਝ ਬੱਦਲ ਵਿਖਾਈ ਦੇਣ ਲੱਗੇ ਨੇ। ਕੀਰਤਨ ਜਾਰੀ ਰਿਹਾ। ਕੁਝ ਸਮਾਂ ਹੋਰ ਬੀਤਣ ਮਗਰੋਂ ਬੱਦਲ ਸੰਘਣੇ ਹੋ ਗਏ ਤੇ ਬੱਦਲਾਂ ਨੇ ਸਭ ਪਾਸੇ ਛਾਂ ਜਿਹੀ ਕਰ ਦਿੱਤੀ। ਸੰਗਤ ਇਹ ਦੇਖ ਕੇ ਵਿਸਮਾਦ ਵਿੱਚ ਆ ਗਈ ਤੇ ਕੀਰਤਨੀਏ ਸਿੰਘ ਕੀਰਤਨ ਕਰਨ ਵਿੱਚ ਲੀਨ ਰਹੇ। ਹੋਰ ਥੋੜੀ ਦੇਰ ਬੀਤਣ ਤੇ ਮੀਂਹ ਪੈਣਾ ਆਰੰਭ ਹੋ ਗਿਆ ਤੇ ਪਲਾਂ ਵਿੱਚ ਠੰਡੀ ਠੰਡੀ ਹਵਾ ਹਰਿਮੰਦਰ ਸਾਹਿਬ ਵਿੱਚ ਦਾਖਲ ਹੋ ਕੇ ਕੀਰਤਨ ਦੁਆਰਾ ਬੇਨਤੀ ਵਿੱਚ ਜੁਟੀ ਹੋਈ ਸੰਗਤ ਨੂੰ ਖੇੜੇ ਭਰਿਆ ਸੁਨੇਹਾ ਦੇ ਗਈ। ਫਿਰ ਕੀ ਸੀ, ਸਭ ਪਾਸੇ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਰਧਾਮਈ ਬੋਲ ਸੁਣੇ ਜਾਣ ਲੱਗੇ। ਬੜੀ ਬਾਰਿਸ਼ ਹੋਈ, ਜਲ ਥਲ ਹੋ ਗਿਆ। ਸੋਕਾ ਤੇ ਗਰਮੀ ਖੰਭ ਲਾ ਕੇ ਉੱਡ ਪੁੱਡ ਗਏ। ਸਭ ਪਾਸੇ ਖੁਸ਼ੀ ਦਾ ਮਾਹੌਲ ਪਸਰ ਗਿਆ। ਸੰਗਤਾਂ ਦੇ ਹਿਰਦਿਆਂ ਵਿੱਚ ਗੁਰਬਾਣੀ ਅਤੇ ਹਰਿਮੰਦਰ ਸਾਹਿਬ ਪ੍ਰਤੀ ਸਤਿਕਾਰ ਦੀ ਭਾਵਨਾ ਹੋਰ ਪ੍ਰਬਲ ਹੋ ਗਈ। ਬਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ ਦੇ ਅਰਥ ਬਿਲਕੁਲ ਸਪਸ਼ਟ ਹੋ ਗਏ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਦੀ ਭਾਵਨਾ ਪ੍ਰਤੱਖ ਹੋ ਗਈ। ਸਿਦਕ ਨਾਲ ਕੀਤੀ ਕੀਰਤਨੀਆਂ ਦੀ ਬੇਨਤੀ ਭਲੇ ਪੂਤ ਹੋਈ। ਨਿਸ਼ਚੇਵਾਨਾਂ ਦਾ ਨਿਸ਼ਚਾ ਹੋਰ ਪਰਪੱਕ ਹੋਇਆ। ਕੱਚੇ ਪਿੱਲੇ ਵੀ ਪ੍ਰਭੂ ਪ੍ਰੇਮ ਨਾਲ ਭਰ ਗਏ। ਹਰ ਕਿਸੇ ਨੂੰ ਇਹ ਅਹਿਸਾਸ ਹੋਣ ਲੱਗ ਪਿਆ ਕਿ ਹਰਿਮੰਦਰ ਨਾਲ ਸੱਚੇ ਦਿਲੋਂ ਪਾਈ ਸਾਂਝ ਅਗੰਮੀ ਸ਼ਕਤੀ ਦੇ ਰਾਹ ਦਰਸਾਉਂਦੀ ਹੈ ਅਤੇ ਨਵੀਂ ਲਗਨ ਤੇ ਭਰਪੂਰ ਆਪਣਤ ਦੇ ਦਰ ਮੋਕਲੇ ਹੁੰਦੇ ਹਨ। ਰੂਹਾਨੀ ਸੱਚ ਨਾਲ ਪ੍ਰੀਤ ਪੈਂਦੀ ਹੈ ਅਤੇ ਮਨੁੱਖ ਵਿੱਚ ਉਹ ਸਾਰੀਆਂ ਸ਼ਕਤੀਆਂ ਦਾ ਅਸਰ ਮਹਿਸੂਸ ਹੋਣ ਲੱਗ ਪੈਂਦਾ ਹੈ
ਜੋ ਇਸ ਵਡਭਾਗੇ ਰੱਬੀ ਅਸਥਾਨ ਵਿੱਚ ਮੌਜੂਦ ਹਨ। ਅਸਲੀਅਤ ਤਾਂ ਇਹ ਹੈ ਕਿ ਹਰਿਮੰਦਰ ਮਨੁੱਖ ਸਮਾਜ ਲਈ ਕਾਮ ਧੇਨ ਗਊ ਹੈ, ਕਲਪ ਬ੍ਰਿਸ਼ ਹੈ, ਜੋ ਹਰ ਕਿਸੇ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦਾ ਹੈ। ਇਸ ਦਰ ਤੇ ਨਿਸ਼ਚੇ ਨਾਲ ਕੀਤੀ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ ਤੇ ਮੁਰਾਦਾਂ ਵਰ ਆਉਂਦੀਆਂ ਨੇ। ਹਰ ਕਿਸੇ ਦੀਆਂ ਝੋਲੀਆਂ ਖੈਰਾਂ ਨਾਲ ਭਰ ਜਾਂਦੀਆਂ ਨੇ। ਇੱਕ ਅਗੰਮੀ ਖੇਡ ਅਕਾਲ ਪੁਰਖ ਵੱਲੋਂ ਹਰ ਸਮੇਂ ਇੱਥੇ ਖੇਡੀ ਜਾ ਰਹੀ ਹੈ, ਜਿਸ ਤੋਂ ਹਰ ਕੋਈ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ। ਜੇ ਹਰਿਮੰਦਰ ਤੋਂ ਮਿਲਦੇ ਵਰਦਾਨਾਂ ਦਾ ਕੁਝ ਵਿਸਥਾਰਪੂਰਵਕ ਵੇਰਵਾ ਦੇਣਾ ਹੋਵੇ ਤਾਂ ਹਰ ਹਿਰਦਾ ਇਸ ਦੇ ਸਤਿਕਾਰ ਵਿੱਚ ਆਪਣੀ ਹੱਡਬੀਤੀ ਸੁਣਾ ਕੇ ਦੂਜਿਆਂ ਨੂੰ ਅਸਚਰਜ ਕਰ ਸਕਦਾ ਹੈ। ਹਰਿਮੰਦਰ ਵਿੱਚ ਆ ਕੇ ਨੇਕ ਮੁਰਾਦਾਂ ਮੰਗਣ ਵਾਲੇ ਨੂੰ ਹਰਿਮੰਦਰ ਨੇ ਕਦੇ ਨਿਰਾਸ਼ ਨਹੀਂ ਮੋੜਿਆ। ਇਹ ਹਰਿਮੰਦਰ ਦਾ ਬਿਰਧ ਹੈ ਕਿ ਜੋ ਸਰਣ ਆਵੈ ਤਿਸ ਕੰਠ ਲਾਵੈ, ਕਿ ਸਾਡੀ ਖੁਸ਼ਕਿਸਮਤੀ ਨਹੀਂ ਕਿ ਅਸੀਂ ਇਸ ਮਹਾਨ ਅਸਥਾਨ ਨਾਲ ਸਰੀਰਕ, ਮਾਨਸਿਕ ਤੇ ਆਤਮਿਕ ਰੂਪ ਵਿੱਚ ਕਈ ਸਦੀਆਂ ਤੋਂ ਜੁੜੇ ਹੋਏ ਹਾਂ। ਇਹ ਸਾਡੇ ਚੰਗੇ ਭਾਗਾਂ ਦੀ ਨਿਸ਼ਾਨੀ ਹੈ। ਇਸ ਪਵਿੱਤਰ ਅਸਥਾਨ ਨੇ ਹਰ ਕਿਸੇ ਨੂੰ ਬਿਨਾਂ ਕਿਸੇ ਭੇਦਭਾਵ ਦੇ ਸਾਰਾ ਕੁਝ ਦਿੱਤਾ ਹੈ ਤੇ ਨਿਰੰਤਰ ਦੇ ਰਿਹਾ ਹੈ। ਇਹ ਵਾਹਿਗੁਰੂ ਦਾ ਘਰ ਜੋ ਸਾਡਾ ਸਾਰਿਆਂ ਦਾ ਮਾਂ ਪਿਓ ਹੈ। ਮਾਪਿਆਂ ਦੇ ਘਰੋਂ ਬੱਚੇ ਦਾਈਏ ਨਾਲ ਵੀ ਲੈ ਲੈਂਦੇ ਨੇ, ਮੰਗ ਕੇ ਵੀ ਲੈ ਲੈਂਦੇ ਨੇ ਤੇ ਪਿਆਰ ਨਾਲ ਵੀ ਲੈ ਲੈਂਦੇ ਨੇ। ਹਰਿਮੰਦਰ ਸਾਹਿਬ ਵੀ ਸਾਨੂੰ ਇਵੇਂ ਹੀ ਦਿੰਦਾ ਹੈ। ਉੱਥੇ ਜਾਣ ਨਾਲ ਸਰੀਰ ਨੂੰ ਸੁੱਖ, ਮਨ ਨੂੰ ਸ਼ਾਂਤੀ ਤੇ ਆਤਮਾ ਨੂੰ ਤ੍ਰਿਪਤੀ ਮਿਲਦੀ ਹੈ। ਇੰਨੀਆਂ ਦੁਰਲੱਭ ਚੀਜ਼ਾਂ ਹੋਰ ਕਿੱਥੋਂ ਮਿਲਦੀਆਂ ਹਨ। ਇਸ ਲਈ ਆਓ ਹਰਿਮੰਦਰ ਤੇ ਉਸ ਦੀ ਭਾਵਨਾ ਨਾਲ ਜੁੜੀਏ ਤੇ ਜੀਵਨ ਨੂੰ ਅਲੌਕਿਕ ਰੰਗ ਨਾਲ ਰੰਗ ਲਈਏ ਅਤੇ ਫਿਰ ਇਹ ਹਰਿਮੰਦਰ ਸਾਡੇ ਹਿਰਦਿਆਂ ਵਿੱਚ ਵਾਸ ਕਰੇਗਾ। ਸਾਨੂੰ ਹਰ ਸਮੇਂ